ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। सौ साला सालेहार दी छेड़छाड़ का मामला। कथित बजुर्ग व्यक्ति नूं जुत्तियां दा हार पा के कढ़िया जुलूस। नशे की हालत च बजुर्ग महिला ते डिग गया सी व्यक्ति। प्रवासी मजदूरां नूं फिर सताउण लगा कोरोना का डर। लॉकडाउन के डर तो परत रहे ने घर। लुधियाना रेलवे स्टेशन ते दिखी मजदूरां दी भीड़। मुल्लापुर दाखा नूं सरकार दा तोहफा। 8.5 करोड़ की लागत दे नाल बनन जा रहा बस स्टैंड। उद्घाटन समारोह च कोरोना हदायतां दी कीती गई उलंघना। कांग्रेसी आगू ने साधे निशाने। रायकोट दे पिंडां च भी कणक दी आमद शुरू। खरीद दा काम शांति नाल नेपरे चाढ़न दे लई कीती अरदास। खन्ना मंडी च कणक दी खरीद दा रस्मी उद्घाटन। भारत भूषण आशू ने कीती शिरकत। ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੁਧਿਆਣਾ ਤੋਂ ਹੈ, ਜਿੱਥੇ ਇੱਕ ਬਜ਼ੁਰਗ ਵਿਅਕਤੀ ਨੂੰ ਉਸਦੇ ਮੁਹੱਲੇ ਦੇ ਵਿੱਚ ਜੁੱਤੀਆਂ ਦਾ ਹਾਰ ਪਵਾ ਕੇ ਉਸਦਾ ਜਲੂਸ ਕੱਢਣ ਦਾ ਮਾਮਲਾ ਸਾਹਮਣੇ ਆਇਆ। ਕਥਿਤ ਵਿਅਕਤੀ ਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੀ 100 ਸਾਲਾ ਸਾਲੇਹਾਰ ਦੇ ਨਾਲ ਛੇੜਛਾੜ ਕੀਤੀ ਹੈ। ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਨੇ ਸਾਡੇ ਪੱਤਰਕਾਰ ਤਰਸੇਮ ਭਾਰਦਵਾਜ। ਬੋਲ ਦੇ ਇਲਾਕੇ ਦੇ ਵਿੱਚ ਇੱਕ ਉਸ ਸਮੇਂ ਜਿਹੜੀ ਬੜੀ ਮੰਦਭਾਗੀ ਘਟਨਾ ਕਹਾਂਗੇ ਜੀ ਘਟੀ ਹੈਗੀ ਆ। ਇੱਕ ਜਿਹੜਾ ਬਜ਼ੁਰਗ ਸੀਗਾ, ਬਜ਼ੁਰਗ ਜਿਹਦੀ ਕਿ ਸ਼ਰਾਬ ਪੀਤੀ ਹੋਈ ਸੀਗੀ, ਜਿਹਨੇ ਡਰਿੰਕ ਕੀਤੀ, ਜਦੋਂ ਇੱਕ ਆਪਣੀ ਗਲੀ ਦੇ ਵਿੱਚ ਹੀ ਲੰਘ ਰਿਹਾ ਸੀ ਤਾਂ ਉਸ ਟਾਈਮ ਜਿਹੜਾ ਕੋਈ ਰਸਤੇ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਦਾ ਘਰ ਪੈਂਦਾ ਸੀਗਾ, ਲੇਡੀ ਦੇ ਉੱਤੇ ਗਿਆ। ਉਸ ਤੋਂ ਬਾਅਦ ਇੰਨਾ ਜ਼ਿਆਦਾ ਹੰਗਾਮਾ ਵੱਧ ਗਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ, ਜਿਹੜੇ ਇਹ ਲੇਡੀਜ਼ ਦੇ ਪਰਿਵਾਰਕ ਮੈਂਬਰ ਸੀ, ਉਹਨਾਂ ਨੇ ਉਸ ਲੇਡੀ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਜਿਹੜਾ 70 ਸਾਲ ਦਾ ਬਜ਼ੁਰਗ ਸੀਗਾ ਉਹਦਾ ਮੂੰਹ ਕਾਲਾ ਕੀਤਾ ਗਿਆ ਤੇ ਮੂੰਹ ਕਾਲਾ ਕਰਕੇ ਉਸ ਨੂੰ ਗਲੀ ਦੇ ਵਿੱਚ ਘੁਮਾਇਆ ਗਿਆ। ਇਸ ਸਾਰੇ ਮਾਮਲੇ ਤੋਂ ਬਾਅਦ ਇੱਕ ਜਿਹੜੀ FIR ਵੀ ਜਿਹੜੀ ਦਰਜ ਹੋ ਚੁੱਕੀ ਹੈ ਸਾਰੇ ਮਾਮਲੇ ਦੇ ਵਿੱਚ ਫਿਲਹਾਲ। ਇਸ ਮਾਮਲੇ ਤੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਕੋਈ ਵੀ ਪਰਿਵਾਰਕ ਮੈਂਬਰ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਜਿਹੜਾ ਤਿਆਰ ਨਹੀਂ ਹੈਗਾ। ਫਿਲਹਾਲ ਦੀ ਘੜੀ ਹੈਬੋਵਾਲ ਥਾਣੇ ਦੇ ਵਿੱਚ ਮਾਮਲਾ ਜਿਹੜਾ ਹੈਗਾ ਦਰਜ ਹੋਇਆ ਹੈਗਾ। ਇਸ ਮਾਮਲੇ ਦੇ ਵਿੱਚ ਫਿਲਹਾਲ ਦੀ ਘੜੀ ਪਰਿਵਾਰ ਵਾਲੇ ਅਤੇ ਨਾ ਹੀ ਪੁਲਿਸ ਵਾਲੇ ਇਸ ਮਾਮਲੇ ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਕਿ ਮਾਮਲਾ ਜ਼ਰੂਰ ਹੈਗਾ ਹੈਬੋਵਾਲ ਥਾਣੇ ਦੇ ਵਿੱਚ ਜਿਹੜਾ ਦਰਜ ਹੋ ਚੁੱਕਿਆ ਹੈਗਾ। ਉਧਰ ਫਿਲੌਰ ਵਿਖੇ ਪ੍ਰੇਮੀ ਜੋੜੇ ਵੱਲੋਂ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਗਈ ਹੈ, ਜਿਸ ਤੋਂ ਬਾਅਦ ਲੜਕਾ ਲੜਕੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਮਾਮਲਾ ਫਿਲੌਰ ਦੇ ਪਿੰਡ ਗੜਾ ਦੇ ਨੇੜੇ ਦਾ ਹੈ। ਲੜਕਾ ਲੜਕੀ ਦੋਨੋਂ ਜਾਣੇ ਆਏ ਸੀ ਸਾਡੇ ਕੋਲ। ਸਰਫਾਸ ਦੀਆਂ ਗੋਲੀਆਂ ਜੋ ਵੀ ਕਹਿ ਰਹੇ ਵੀ ਉਹ ਖਾਧੀਆਂ ਸੀਗੀਆਂ ਉਹਨਾਂ ਨੇ। ਕੰਡੀਸ਼ਨ ਤੇ ਉਹਨਾਂ ਦੀ ਠੀਕ, ਮਤਲਬ ਜਦੋਂ ਆਏ ਆ ਵੀ ਠੀਕ ਠਾਕ ਸੀਗੀ, ਕੋਈ ਜ਼ਿਆਦਾ ਬੈਟਰ ਕੰਡੀਸ਼ਨ ਨਹੀਂ ਸੀ। ਨਾ ਲੜਕੇ ਦੀ ਜ਼ਿਆਦਾ ਖਰਾਬ ਸੀਗੀ ਹਾਲਤ। ਕਿਸੇ ਗੈਸਟ੍ਰਿਕ ਇਲਾਜ ਉਹਦੀ ਕਰ ਦਿੱਤੀ ਹੈ ਵੀ ਉਲਟੀਆਂ ਕਰਾਉਣ ਦੀ ਕੋਸ਼ਿਸ਼, ਜੋ ਵੀ ਉਲਟੀਆਂ ਕਰਾਈਆਂ ਜਿੰਨਾ ਕੁ ਹੋ ਸਕਦਾ ਸੀ ਇੱਥੇ ਤੱਕ ਦਾ ਟ੍ਰੀਟਮੈਂਟ ਆਪਣੇ ਲੈਵਲ ਤੱਕ ਦਾ ਅਸੀਂ ਕੀਤਾ। ਉਹਨੂੰ ਹਾਇਰ ਟ੍ਰੀਟਮੈਂਟ ਦੀ ਜ਼ਰੂਰਤ ਸੀ, ਇਸ ਕਰਕੇ ਅਸੀਂ ਦੋਨਾਂ ਜਾਣਿਆਂ ਨੂੰ ਸਿਵਲ ਹਸਪੀਟਲ ਜਲੰਧਰ ਜਾਂ ਹਾਇਰ ਸੈਂਟਰ ਜਿੱਥੇ ਵੀ ਉਹਨਾਂ ਦੇ ਘਰ ਦੇ ਲੈ ਕੇ ਜਾਣਾ ਚਾਹਣ, ਜਿੱਥੇ ਟ੍ਰੀਟਮੈਂਟ ਕਰਵਾਉਣਾ ਚਾਹ ਸਕਦੇ ਆ, ਅਸੀਂ ਉੱਥੇ ਉਹਨਾਂ ਨੂੰ ਆਪਣੇ ਵੱਲੋਂ ਰੈਫਰ ਕਰਦਾ ਜਲੰਧਰ ਹਸਪੀਟਲ। ਦੋਨਾਂ ਦੀ ਕੰਡੀਸ਼ਨ ਕੀ ਸੀ? ਦੋਨਾਂ ਦੀ ਕੰਡੀਸ਼ਨ ਖਰਾਬ ਹੀ ਸੀ। ਸਾਨੂੰ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਗੜਾ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਲੜਕਾ ਲੜਕੀ ਕਿਸੇ ਕਾਰਨਵਸ਼ ਉੱਥੇ ਬੇਸੁੱਧ ਅਵਸਥਾ ਵਿੱਚ ਪਿਆ, ਜਿਸ ਤੇ ਡਿਊਟੀ ਅਫਸਰ ਨੂੰ ਉੱਥੇ ਭੇਜਿਆ ਗਿਆ। ਐਂਬੂਲੈਂਸ ਦਾ ਇੰਤਜ਼ਾਮ ਕਰਕੇ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਪਬਲਿਕ ਦੀ ਮਦਦ ਨਾਲ ਉੱਥੇ ਦਾਖਲ ਕਰਵਾਇਆ। ਲੜਕੀ ਦਾ ਨਾਮ ਚਲੋ ਮਾਓਵਾਲ ਦੀ ਹੈ, ਨਕੋਦਰ ਦੇ ਰਹਿਣ ਵਾਲੇ ਹੈ, ਅਤੇ ਲੜਕਾ ਸੰਨੀ ਹੈ ਲੁਬਾਇਆ, ਸਨ ਆਫ ਲੁਬਾਇਆ, ਇਹ ਵੀ ਮਾਓਵਾਲ ਦੇ ਰਹਿਣ ਵਾਲੇ ਹੈ। ਅਤੇ ਹਜੇ ਕਲੀਅਰ ਨਹੀਂ ਹੈ ਕਿ ਕਿਸ ਕਾਰਨ ਕਰਕੇ ਬੇਸੁੱਧ ਅਵਸਥਾ 'ਚ ਉੱਥੇ ਬੈਠੇ ਸੀਗੇ ਤੇ ਕੀ ਗੱਲਬਾਤ ਹੋਈ। ਦੋਨੋਂ ਬਿਆਨ ਦੇਣਗੇ, ਉਸ ਤੋਂ ਬਾਅਦ ਕਲੀਅਰ ਹੋਏ। ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮਾਪਿਆਂ ਦੇ ਵੱਲੋਂ ਸਕੂਲਾਂ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸੇ ਦੇ ਚੱਲਦਿਆਂ ਲੁਧਿਆਣਾ ਦੇ ਭਾਰਤ ਨਗਰ ਚੌਂਕ 'ਚ ਪੇਰੈਂਟਸ ਐਸੋਸੀਏਸ਼ਨ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਲਗਾਤਾਰ ਸਕੂਲਾਂ ਦੇ ਵੱਲੋਂ ਮਾਪਿਆਂ ਤੋਂ ਰੀਐਡਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਧੱਕੇ ਦੇ ਨਾਲ ਫੀਸਾਂ ਵਸੂਲੀਆਂ ਜਾ ਰਹੀਆਂ। ਉਹਨਾਂ ਕਿਹਾ ਕਿ ਉਹਨਾਂ ਆਪਣੀਆਂ ਮੰਗਾਂ DC ਨੂੰ ਬੋਰਡ ਉੱਤੇ ਲਿਖ ਕੇ ਦਿੱਤੀਆਂ ਸਨ ਅਤੇ ਉਸ ਦਾ ਜਵਾਬ ਲਿਖਤੀ ਰੂਪ ਦੇ ਵਿੱਚ ਮੰਗਿਆ ਸੀ ਤੇ ਹੁਣ ਆਪਣਾ ਜਵਾਬ ਲੈਣ ਦੇ ਲਈ ਉਹ ਇਕੱਠੇ ਹੋਏ ਨੇ। ਜੀ ਅੱਜ ਅਸੀਂ ਇੱਕ ਬੜਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਸੀਗਾ, ਜਿਹੜਾ 5 ਤਰੀਕ ਨੂੰ ਵੀ ਅਸੀਂ ਪ੍ਰਦਰਸ਼ਨ ਕੀਤਾ ਸੀਗਾ ਕਿ ਇੱਕ 10/8 ਦਾ ਬੋਰਡ ਜਿਹੜਾ ਸੀਗਾ ਉਹਦੇ ਤੇ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਲਿਖ ਕੇ ਲਾਈਆਂ ਸੀ, ਕਿਉਂਕਿ ਭੋਲੀ ਸਰਕਾਰ ਨੂੰ ਸਮਝ ਤੋਂ ਘੱਟ ਜਿਹੜੀ ਹੈਗੀ ਆ ਉਹਨਾਂ ਨੂੰ ਤਾਂ ਅਸੀਂ ਲਿਖ ਕੇ ਦਿੱਤੀਆਂ ਸੀ ਤਾਂ ਕਿ ਉਹਨਾਂ ਨੂੰ ਸਮਝ ਆ ਸਕੇ। ਲਿਖਤ ਰੂਪ 'ਚ ਦਿੱਤੀਆਂ ਸੀਗੀਆਂ, ਕਿਉਂਕਿ ਮੈਮੋਰੈਂਡਮ ਬਹੁਤ ਦਿੱਤੇ ਨੇ 8 ਸਾਲ 'ਚ ਅਸੀਂ ਲਿਖਤ, ਪਰ ਗੱਲ ਇਹ ਉਹ ਮੈਮੋਰੈਂਡਮ ਘਰਾਂ ਦੇ ਵਿੱਚ ਲੈ ਜਾਂਦੇ ਸੀ, ਪਤਾ ਨਹੀਂ ਟੋਕਰੀ 'ਚ ਸੁੱਟ ਦਿੰਦੇ ਸੀ।
ਪਰ 10/8 ਦਾ ਜਿਹੜਾ ਬੋਰਡ ਸੀਗਾ ਉਹ ਜ਼ਰੂਰ ਅਸੀਂ ਡੀਸੀ ਸਾਹਿਬ ਦੇ ਬਾਹਰ ਲਾਇਆ ਸੀ। ਉਹ ਡੀਸੀ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਅਸੀਂ ਸੋਮਵਾਰ ਨੂੰ 1 ਹਫ਼ਤੇ ਦਾ ਟਾਈਮ ਦਿੱਤਾ ਸੀਗਾ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਲਿਖਤ ਵਿੱਚ ਜਵਾਬ ਚਾਹੀਦਾ। ਸੋ ਅੱਜ ਅਸੀਂ ਆਪਣੇ ਕੰਮ ਵਾਸਤੇ, ਸੋਮਵਾਰ ਹੋ ਗਿਆ, 12 ਤਰੀਕ ਹੋ ਗਈ, ਅਸੀਂ ਅੱਜ ਉਹਨਾਂ ਦੀ ਵੇਟ ਕਰ ਰਹੇ ਹਾਂ, ਉਹਨਾਂ ਦੇ ਜਵਾਬ ਦੀ ਵੇਟ ਕਰਨ ਵਾਸਤੇ ਅਸੀਂ ਬੈਠੇ ਹਾਂ। ਦੇਖੋ ਮੰਗਾਂ ਜਿਹੜੀਆਂ ਸਾਡੀਆਂ ਸਾਰੀਆਂ ਫਲੈਕਸ ਦੇ ਬੋਰਡ ਦੇ ਉੱਤੇ ਵੀ ਲਿਖੀਆਂ ਹੋਈਆਂ ਸੀ ਔਰ ਹੁਣ ਵੀ ਅਸੀਂ ਲਿਖ ਕੇ ਲਾਈਆਂ ਹੋਈਆਂ ਨੇ ਕਿ ਜਿਹੜੇ ਫੰਡ ਜਿਹੜੇ ਲਿੱਤੇ ਜਾ ਰਹੇ ਹਰ ਮਾਂ-ਬਾਪ ਤੋਂ 5-5000 10-10000 ਰੁਪਏ ਹਰ ਮਹੀਨੇ ਹਰ ਸਾਲ ਲਿੱਤਾ ਜਾਂਦਾ, ਉਹ ਕਿਉਂ ਲਿੱਤਾ ਜਾਂਦਾ, ਕਿੱਥੇ ਲਗਾਇਆ ਜਾਂਦਾ। ਸੋ ਉਸੇ ਤਰੀਕੇ ਨਾਲ ਅਸੀਂ ਇਹ ਫੰਡਾਂ ਦੇ ਦਿਖਾ ਕੇ ਇਹਨਾਂ ਦਾ ਜਵਾਬ ਮੰਗੇ ਸੀ। ਇੱਕ ਪਾਸੇ ਜਿੱਥੇ ਸਿੱਖਿਆ ਇੱਕ ਵਪਾਰ ਬਣਦਾ ਜਾ ਰਿਹਾ, ਉੱਥੇ ਹੀ ਲੁਧਿਆਣਾ ਦੀ ਇੱਕ ਨਿੱਜੀ ਸੰਸਥਾ ਹੈ ਜੋ ਜ਼ਰੂਰਤਮੰਦ ਬੱਚਿਆਂ ਨੂੰ ਘੱਟ ਫੀਸਾਂ ਜਾਂ ਡਿਸਕਾਊਂਟ ਤੇ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਂਦੇ ਨੇ। ਮਾਡਲ ਟਾਊਨ ਦੇ ਕ੍ਰਿਸ਼ਨਾ ਮੰਦਿਰ ਟਿਊਸ਼ਨ ਮਾਰਕੀਟ ਦੇ ਵਿੱਚ ਸਥਿਤ ਇਸ ਸਿੱਖਿਆ ਸੰਸਥਾਵਾਂ ਦੇ ਵਿੱਚ ਬੈਂਕ ਤੇ ਹੋਰ ਸਰਕਾਰੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਸਿੱਖਿਆ ਦੇ ਲੁਧਿਆਣਾ ਬ੍ਰਾਂਚ ਦੇ ਮੁਖੀ ਨੇ ਕਿਹਾ ਕਿ ਸਾਡਾ ਮਕਸਦ ਇਹ ਹੈ ਕਿ ਗਰੀਬ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਦੇ ਕੇ ਉਹਨਾਂ ਦਾ ਦਾਖਲਾ ਕੀਤਾ ਜਾਵੇ। संस्था द्वारा चलाए जा रहे हैं मुहिम जो सिर्फ गरीब बच्चों के लिए है। अमीर बच्चे तो पढ़ते ही हैं, गरीब बच्चों के लिए जिनके कम से कम फीस दे करके और सरकारी नौकरी का जो सपना है वो पूरा कर सकेगा। हमारी जो संस्था जो हेड ऑफिस है वो लखनऊ से संचालित होती है। हालांकि संस्था का सपोर्ट बहुत कम है, लेकिन हम फिर भी जो मदद के रूप में, क्योंकि मदद गरीब ही गरीब को कर सकता है, गरीब क्या होता है गरीबी वो गरीब ही जान सकता है। इसलिए हमने एक मुहिम छिड़ा है इस समाज में कि किसी भी तरीके के जो गरीब वर्ग के लोग हैं वो इधर उधर भटकने की ज़रूरत नहीं है। जैसे आपका बैंक की तैयारी, एसएससी की तैयारी, स्टेट एग्ज़ाम जैसे पंजाब PS PCL, पटवारी, तहसीलदार, एनीथिंग, किसी भी तरह के कोई भी जॉब के लिए आपको भटकने की ज़रूरत नहीं है। और हमारी संस्था द्वारा जो चलाया जा रहा है मुहिम, इस मुहिम में आप शामिल हो और आप अपना साकार पूरा करें। ਪੰਜਾਬ ਦੇ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਯੂਪੀ ਬਿਹਾਰ ਤੋਂ ਆਏ ਮਜ਼ਦੂਰ ਇੱਕ ਵਾਰ ਫਿਰ ਆਪਣੇ ਘਰ ਜਾਣ ਨੂੰ ਮਜਬੂਰ ਹੋ ਗਏ ਨੇ। ਇਸੇ ਦੇ ਚੱਲਦਿਆਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਵੇਖਣ ਨੂੰ ਮਿਲੀ। ਉਹਨਾਂ ਕਿਹਾ ਕਿ ਹੁਣ ਜੋ ਟ੍ਰੇਨ ਮਿਲਦੀ ਹੈ ਉਸ ਦੇ ਨਾਲ ਵਾਪਸ ਜਾਣਾ ਬਿਹਤਰ ਸਮਝ ਰਹੇ ਨੇ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਲੋਕਡਾਊਨ ਦੁਬਾਰਾ ਨਾ ਲੱਗ ਜਾਵੇ। ਉਹਨਾਂ ਕਿਹਾ ਕਿ ਅਜੇ ਫੈਕਟਰੀਆਂ 'ਚ ਕੰਮ ਵੀ ਨਹੀਂ ਹੈ, ਜਿਸ ਕਾਰਨ ਉਹ ਆਪਣੇ ਰਾਜਾਂ 'ਚ ਵਾਪਸ ਜਾ ਰਹੇ ਨੇ। ये सर के लॉकडाउन की आज वो लग रही है, अफवाह फैली हुई कि लॉकडाउन लग सकता है, इस वजह से लोग जा रहे हैं। तो अभी रेलवे स्टेशन में बड़ी तादाद में माइग्रेंट लेबर भी देखने को मिल रही है। हाँ, तो कितने लोग यहाँ से जा रहे हैं? बहुत लोग जा रहे हैं यहाँ से तो तकरीबन। आप कौन सी स्टेट में जा रहे हो? हमें मालवा एक्सप्रेस से जा रहे हैं, कौन सी स्टेट है? झांसी यूपी। यूपी में। ਮੁੱਲਾਂਪੁਰ ਦਾਖਾ ਵਿਖੇ 8.5 ਕਰੋੜ ਦੀ ਲਾਗਤ ਦੇ ਨਾਲ ਬਣਾਏ ਜਾ ਰਹੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਹੈ। ਮੌਕੇ ਤੇ ਪਹੁੰਚੇ ਹਲਕਾ ਦਾਖਾ ਦੇ ਇੰਚਾਰਜ ਨੇ ਕਿਹਾ ਕਿ ਅਗਲੇ 31 ਮਾਰਚ ਤੱਕ ਇਸ ਬੱਸ ਸਟੈਂਡ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਖਾਸ ਗੱਲ ਇਹ ਰਹੀ ਕਿ ਇਸ ਸਮਾਗਮ ਦੇ ਵਿੱਚ ਕਰੋਨਾ ਹਦਾਇਤਾਂ ਦੀ ਉਲੰਘਣਾ ਕਰਦਿਆਂ ਭਾਰੀ ਭੀੜ ਵੇਖਣ ਨੂੰ ਮਿਲੀ ਹੈ, ਜਿਸ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਲੋਕਾਂ ਨੂੰ ਖੁਸ਼ੀ ਹੈ ਜਿਸ ਕਾਰਨ ਇੰਨਾ ਇਕੱਠ ਹੋਇਆ। ਉਧਰ ਦੂਜੇ ਪਾਸੇ ਕਾਂਗਰਸੀ ਆਗੂ ਮਨਪ੍ਰੀਤ ਇਆਲੀ ਨੇ ਕਿਹਾ ਕਿ ਕੈਪਟਨ ਦੇ ਸਲਾਹਕਾਰ ਸੰਦੀਪ ਸੰਧੂ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਦੇ ਵਿੱਚ ਕਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਵੀ ਸਬਕ ਮਿਲ ਸਕੇ। ਪਹਿਲੇ 2 ਸਾਲ ਜਿਹੜੇ ਹੁੰਦੇ ਪਲੈਨਿੰਗ 'ਚ ਨਿਕਲਦੇ ਤਾਂ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਕਰੋਨਾ ਆ ਜਾਏਗਾ। ਸਾਡਾ 1.5 ਪੌਣੇ 2 ਸਾਲ ਸਾਰੇ ਦੇਸ਼ ਤੇ ਤੁਹਾਡੇ ਮੇਰੇ ਸਭ ਦੇ ਪਰਿਵਾਰਾਂ ਨਾਲ ਕਰੋਨਾ ਕਰਕੇ ਸਾਰਾ ਕੰਮਕਾਜ ਠੱਪ ਹੋਇਆ ਸੀ। ਸੋ ਹੁਣ ਸ਼ੁਰੂ ਹੋ ਰਿਹਾ, ਅਸੀਂ ਉਹਦੇ ਮੁਤਾਬਕ ਡਿਵੈਲਪਮੈਂਟ ਸ਼ੁਰੂ ਕਰ ਰਹੇ ਹਾਂ। ਅੱਜ ਉਦਘਾਟਨ ਕੀਤਾ ਗਿਆ ਜੀ ਪ੍ਰੋਜੈਕਟ ਦਾ, ਕਿੰਨੇ ਕਰੋੜ ਦਾ ਪ੍ਰੋਜੈਕਟ ਹੈ? ਇਹ 8.5 ਕਰੋੜ ਦਾ ਪ੍ਰੋਜੈਕਟ ਹੈ ਜੀ ਔਰ ਟੈਂਡਰ ਹੋ ਚੁੱਕਾ ਹੈ, ਬਹੁਤ ਜਲਦੀ ਕੰਮ ਸ਼ੁਰੂ ਹੋਏਗਾ। ਸਰਕਾਰ ਐਸਡੀਓ ਸਾਹਿਬ ਹੁਣ ਉਹਦਾ ਸਹੀ ਦੱਸ ਦੇਣਗੇ, ਪਰ ਸਾਡੀ ਦਿਲ ਦੀ ਤਮੰਨਾ ਹੈ ਕਿ ਜੋ ਵੀ ਕੰਸਟਰਕਸ਼ਨ ਕੰਪਨੀ ਆਈ ਹੈ ਜਿਹਨੂੰ ਇਹ ਮਿਲਿਆ ਟੈਂਡਰ, ਜੋ ਵੀ ਸੇਫਟੀ ਗਾਈਡਲਾਈਨਸ ਹੁੰਦੀਆਂ ਉਹਨੂੰ ਫੋਲੋ ਕਰਦੇ ਆ ਇਸ ਸਾਲ ਦੇ ਅੰਤ ਵਿੱਚ, ਨਹੀਂ ਤਾਂ ਜਿਹੜਾ ਅਗਲਾ ਸਾਲ ਦਾ ਜਿਹੜਾ ਆਪਣਾ ਫਾਈਨੈਂਸ਼ੀਅਲ ਈਅਰ 31 ਮਾਰਚ ਤੋਂ ਪਹਿਲਾਂ ਪੂਰਾ ਹੋਣ ਦੀ ਅਸੀਂ ਸੰਭਾਵਨਾ ਵੀ ਹੈਗੀ ਆ। ਅਸੀਂ ਆਸ ਵੀ ਕਰਦੇ ਹਾਂ, ਅਸੀਂ ਬੇਨਤੀ ਵੀ ਕਰਦੇ ਹਾਂ ਔਰ ਸੱਚੇ ਪਾਤਸ਼ਾਹ ਦੀ ਮਿਹਰ ਰਹੂ, ਹੋ ਵੀ ਜਾਊ। सर शहर में ਹੋਰ ਕੀ ਯੋਜਨਾਵਾਂ ਲਿਖੀਆਂ ਗਈਆਂ ਨਗਰ ਕੌਂਸਲ ਦੇ? ਜੀ ਗੱਲ ਇਸ ਤਰ੍ਹਾਂ ਹੈ ਕਿ ਅੱਜ ਦਾ ਦਿਨ ਤਾਂ ਬੱਸ ਸਟੈਂਡ ਲਈ ਹੈ ਔਰ ਇਹ ਜਿਹੜਾ ਬੱਸ ਸਟੈਂਡ ਹੈ ਅੱਜ ਦਾ ਆਪਾਂ ਨੀਂਹ ਪੱਥਰ ਰੱਖਿਆ, ਜਿਵੇਂ ਮੈਂ ਅੱਜ ਸਵੇਰੇ ਆਖਿਆ ਸੀ, ਇਹ ਸਮਰਪਿਤ ਹੈ ਇਸ
ਧਰਤੀ ਦੇ ਉਸ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਦੇ ਦੇਸ਼ ਦੀ ਆਜ਼ਾਦੀ ਲਈ ਔਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੁਰੱਖਿਆ ਲਈ ਆਪਦੀਆਂ ਜਾਨਾਂ ਕੁਰਬਾਨ ਕਰਤੀਆਂ। ਇਹ ਅਸੀਂ ਉਹਨਾਂ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਹਦਾਇਤ ਜਾਰੀ ਕੀਤੀ ਸੀਗੀ ਕਿ ਪੰਜਾਬ ਦੇ ਅੰਦਰ ਕਰੋਨਾ ਬਹੁਤ ਵੱਧ ਚੁੱਕਿਆ, ਇਸ ਕਰਕੇ ਕੋਈ ਵੀ ਜਿਹੜੀ ਰੈਲੀ ਜਾਂ ਵੱਡਾ ਇਕੱਠ ਨਹੀਂ ਹੋ ਸਕਦਾ। ਸੋ ਅੱਜ ਮੁੱਲਾਂਪੁਰ ਦੇ ਵਿੱਚ ਇੱਥੋਂ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਲਾਹਕਾਰ ਨੇ, ਜਿਨ੍ਹਾਂ ਨੇ ਮੇਰੇ ਖਿਲਾਫ ਚੋਣ ਲੜੀ ਸੀ, ਕੈਪਟਨ ਸੰਦੀਪ ਸੰਧੂ ਅਤੇ ਬਹੁਤ ਹੀ ਸੀਨੀਅਰ ਕਾਂਗਰਸ ਦੇ ਜਿਹੜੇ ਮੰਤਰੀ ਨੇ ਲੋਕਲ ਬਾਡੀਜ਼ ਬ੍ਰਹਮ ਮਹਿੰਦਰਾ ਜੀ, ਸੋ ਮੈਂ ਸਮਝਦਾ ਕਿ ਸੀਐਮ ਸਾਹਿਬ ਤੋਂ ਸੈਕਿੰਡ ਨੇ ਉਹ, ਤੇ ਉਹ ਅੱਜ ਇੱਥੇ ਇੱਕ ਇਕੱਠ ਕੀਤਾ ਗਿਆ, ਕਿਸੇ ਪ੍ਰੋਜੈਕਟ ਦਾ ਨਹੀਂ ਪੱਤਰ ਰੱਖਿਆ ਗਿਆ ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਲੋਕਾਂ ਨੂੰ ਇਕੱਠੇ ਕੀਤਾ ਗਿਆ। ਸੋ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਕੱਲੇ ਵਿਰੋਧੀਆਂ ਲਈ ਨੇ, ਕਿਉਂਕਿ ਪਿਛਲੇ ਸਮੇਂ 'ਚ ਅਕਾਲੀ ਦਲ ਨੇ ਰੈਲੀਆਂ ਕੀਤੀਆਂ, ਬਹੁਤ ਵੱਡੇ ਇਕੱਠ ਹੋਏ, ਇੱਕ ਬਹੁਤ ਵੱਡੀ ਲਹਿਰ ਬਣੀ ਉਹਨਾਂ ਰੈਲੀਆਂ ਦੇ ਨਾਲ, ਜਿੱਥੋਂ ਇਹਨਾਂ ਨੂੰ ਟੈਨਸ਼ਨ ਖੜੀ ਹੋ ਗਈ। ਸੋ ਇਸ ਕਰਕੇ ਇਹਨਾਂ ਨੇ ਹੁਕਮ ਜਾਰੀ ਕਰਤਾ, ਹਦਾਇਤਾਂ ਕਰਦੀਆਂ ਵੀ ਕੋਈ ਵੀ ਇਕੱਠ ਨਹੀਂ ਹੋ ਸਕਦਾ। ਜੇ ਹੋਊ ਤਾਂ ਜਿਹੜਾ ਉਹ ਇਕੱਠ ਕਰਨ ਵਾਲਾ ਪ੍ਰਬੰਧਕ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ, ਪਰਚਾ ਦਰਜ ਕੀਤਾ ਜਾਊ। ਸੋ ਅੱਜ ਹਲਕੇ ਦਾਖੇ ਦੇ ਵਿੱਚ ਅਕਾਲੀਆਂ ਦੇ ਤਾਂ ਬੜੇ ਝੂਠੇ ਪਰਚੇ ਦਰਜ ਹੋ ਰਹੇ ਨੇ, ਕੋਈ ਸੁਣਵਾਈ ਨਹੀਂ ਸਾਡੇ ਸਾਬਕਾ ਸਰਪੰਚਾਂ 'ਤੇ ਕਿ ਜਾਂ ਤਾਂ ਤੁਸੀਂ ਸਰੋਪਾ ਪਾ ਕੇ ਕਾਂਗਰਸ ਸ਼ਾਮਲ ਹੋ ਜਾਓ, ਨਹੀਂ ਤੁਹਾਡੇ 'ਤੇ ਪਰਚਾ ਦਰਜ ਹੋਊਗਾ। ਇਹ ਮਾਹੌਲ ਇੱਥੇ ਖੜਾ ਕੀਤਾ ਗਿਆ ਤੇ ਲੇਕਿਨ ਮੈਂ ਸਮਝਦਾ ਕਿ ਜਿਹੜਾ ਸਭ ਤੋਂ ਪਹਿਲਾਂ ਇਹ ਪਰਚਾ ਜਿਹੜਾ ਇਹ ਮੁੱਖ ਮੰਤਰੀ ਸਲਾਹਕਾਰ 'ਤੇ ਹੋਣਾ ਚਾਹੀਦਾ, ਜਿਹਨੇ ਇਕੱਠ ਕਰਕੇ ਇਹ ਕਾਨੂੰਨ ਦੀਆਂ ਜਿਹੜੀਆਂ ਹਦਾਇਤਾਂ ਨੇ, ਜਿਹੜੀਆਂ ਮੁੱਖ ਮੰਤਰੀ ਦੀਆਂ ਧੱਜੀਆਂ ਉਡਾਈਆਂ ਨੇ, ਸੋ ਇਸ ਲਈ ਇਹ ਪਰਚਾ ਦਰਜ ਹੋਣਾ ਚਾਹੀਦਾ ਤੇ ਚੰਗਾ ਮੈਸੇਜ ਇਹਦਾ ਸਾਰੇ ਪੰਜਾਬ ਦੇ ਵਿੱਚ ਜਾਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜਾ ਸਿਆਸੀ ਇਕੱਠ ਆ ਉਹ ਨਾ ਹੋਵੇ। ਸੋ ਮੈਂ ਆਸ ਕਰਦਾ ਕਿ ਮੁੱਖ ਮੰਤਰੀ ਜੀ ਆਪਦੀ ਜਿਹੜੀ ਕਹੀ ਹੋਈ ਗੱਲ ਆ ਜਾਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ 'ਤੇ ਪੂਰਾ ਪਹਿਰਾ ਦੇਣਗੇ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਕਣਕ ਦੀ ਖਰੀਦ ਦਾ ਰਸਮੀ ਉਦਘਾਟਨ ਕਰਨ ਦੇ ਲਈ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ, ਜਿੱਥੇ ਉਹਨਾਂ ਨੇ ਪ੍ਰੈਸ ਵਾਰਤਾ ਦੇ ਦੌਰਾਨ ਕਿਹਾ ਕਿ ਅਨਾਜ ਦੀ ਖਰੀਦ ਜਦ ਤੱਕ ਖੰਨਾ ਮੰਡੀ ਤੋਂ ਸ਼ੁਰੂ ਨਹੀਂ ਹੁੰਦੀ ਉਹ ਖਰੀਦ ਅਧੂਰੀ ਮੰਨੀ ਜਾਂਦੀ ਹੈ, ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੀ ਅਨਾਜ ਮੰਡੀ ਹੈ। ਕਿਸ ਤਰੀਕੇ ਨਾਲ ਖਰੀਦ ਸ਼ੁਰੂ ਕਰਵਾਈ ਹੈ ਤੇ ਕੀ ਅੱਗੇ ਦਾ ਪ੍ਰੋਸੈਸ ਹੋਏਗਾ? ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕੋਈ ਖਰੀਦ ਹੁੰਦੀ ਹੈ, ਜਦ ਤੱਕ ਉਹ ਖੰਨਾ ਮੰਡੀ ਪਹੁੰਚ ਕੇ ਸ਼ੁਰੂ ਨਾ ਕਰਵਾਈ ਜਾਵੇ, ਉਹ ਖਰੀਦ ਸ਼ੁਰੂ ਬੇਮਾਨੀ ਗਿਣੀ ਜਾਂਦੀ ਹੈ, ਕਿਉਂਕਿ ਇੱਕ ਹਿਸਟੋਰੀਕਲ ਜਗ੍ਹਾ ਬਣਾ ਰੱਖੀ ਹੈ ਖੰਨੇ ਨੇ, ਸਭ ਤੋਂ ਵੱਡੀ ਏਸ਼ੀਆ ਦੀ ਮੰਡੀ ਹੈ। ਤੇ ਮੈਨੂੰ ਬੜੀ ਖੁਸ਼ੀ ਹੈ ਮੈਂ ਅੱਜ ਆ ਕੇ ਇੱਥੇ ਭਾਅ ਸ਼ੁਰੂ ਕਰਵਾਇਆ ਔਰ ਖਰੀਦ ਸ਼ੁਰੂ ਕਰਵਾਈ ਹੈ। ਇਹ ਸੀਜ਼ਨ ਵੀ ਬੜਾ ਨਿਰਵਿਘਨ ਰਹੇਗਾ। ਜਿਵੇਂ ਖਦਸ਼ੇ ਸੀਗੇ ਵੀ ਪਤਾ ਨਹੀਂ ਡਾਇਰੈਕਟ ਪੇਮੈਂਟ 'ਤੇ ਕੀ ਹੋਏਗਾ, ਉਹ ਸਾਰੇ ਇਸ਼ੂ ਸੈਟਲ ਹੋ ਗਏ। ਆੜਤੀਆਂ ਦੇ ਕੁਝ ਇਸ਼ੂ ਸੀਗੇ, ਅਸੀਂ ਉਹ ਕੋਸ਼ਿਸ਼ ਕੀਤੀ ਹੈ ਸਾਰੇ ਸੈਟਲ ਕਰਨ ਦੀ, ਚਾਹੇ ਉਹ FCI ਦੇ ਹੋਣ ਤੇ ਚਾਹੇ ਸਟੇਟ ਗਵਰਨਮੈਂਟ ਨਾਲ ਉਹਨਾਂ ਦੀ ਪੈਂਡਿੰਗ ਕੋਈ ਆੜਤ ਦੇ ਇਸ਼ੂ ਸੀਗੇ, ਸਾਰੇ ਸੈਟਲ ਹੋ ਗਏ ਆ ਤੇ ਉਹ ਉਹਨਾਂ ਦੇ ਅਕਾਊਂਟਸ 'ਚ ਜਾ ਰਹੀ ਹੈ। FCI ਵੱਲੋਂ ਕੁਝ ਮੁਸ਼ਕਿਲਾਂ ਸੀਗੀਆਂ ਜਿਹੜੀਆਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਬਿਲਕੁਲ ਕਲੀਅਰ ਹੋ ਜਾਣਗੀਆਂ। CM ਸਾਹਿਬ ਨੇ ਔਰ ਸਾਡੀ ਚੀਫ ਸੈਕਟਰੀ ਮੈਡਮ ਨੇ ਬਹੁਤ ਕਲੀਅਰਲੀ ਸੈਕਟਰੀ ਫੂਡ ਨੂੰ ਵੀ ਹਦਾਇਤਾਂ ਦੇ ਦਿੱਤੀਆਂ ਔਰ GM FCI ਨੂੰ ਵੀ ਦੇ ਦਿੱਤੀਆਂ ਹਦਾਇਤਾਂ। ਕੋਈ ਕਿਤੇ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਊਗੀ। CCL ਸਾਡੀ ਆਲਰੇਡੀ ਆ ਚੁੱਕੀ ਹੋਈ ਹੈ, ਕਿਤੇ ਪੇਮੈਂਟ ਦੀ ਨਹੀਂ ਹੋਊਗੀ। ਕਿਤੇ ਥੋੜਾ ਬਾਰਦਾਨੇ ਦੀ ਪ੍ਰੋਬਲਮ ਹੈ, ਪਰ ਮੈਂ ਤੁਹਾਨੂੰ ਸਾਰੇ ਕਿਸਾਨ ਵੀਰਾਂ ਨੂੰ ਔਰ ਆੜ੍ਹਤੀਆਂ ਨੂੰ ਯਕੀਨ ਦਿਲਵਾਉਣਾ ਕਿਤੇ ਵੀ ਉਹਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਊਗੀ, ਕਿਉਂਕਿ ਇਹ ਮੁਸ਼ਕਿਲ ਸਾਰੀ ਹਿੰਦੁਸਤਾਨ ਦੀ ਹੈ, ਇਕੱਲੇ ਪੰਜਾਬ ਦੀ ਨਹੀਂ ਹੈ। ਕੁਝ ਕੋਵਿਡ ਕਰਕੇ ਜੂਟ ਮਿਲਾਂ ਨਹੀਂ ਚੱਲ ਰਹੀਆਂ, ਕੁਝ ਅੰਫਨ ਤੂਫਾਨ ਕਰਕੇ ਜੂਟ ਦੀ ਫਸਲ ਹੀ ਖਰਾਬ ਹੋ ਗਈ, ਪਰ ਅਸੀਂ ਉਹਦੇ ਆਲਟਰਨੇਟ ਅਰੇਂਜਮੈਂਟ ਸਾਰੇ ਕਰ ਲਏ ਹੋਏ ਆ, ਚਾਹੇ ਪਲਾਸਟਿਕ ਦੀ ਬੋਰੀਆਂ ਹੋਣ ਜਾਂ ਵਨਸ ਯੂਜ਼ ਬਾਰਦਾਨਾ ਹੋਵੇ। ਅਸੀਂ ਬਿਲਕੁਲ ਕਿਤੇ ਵੀ ਕੋਈ ਕਮੀ ਨਹੀਂ ਆਉਣ ਦੇਵਾਂਗੇ, ਨਾ ਹੀ ਲਿਫਟਿੰਗ ਦੀ ਕੋਈ ਪ੍ਰੋਬਲਮ ਆਏਗੀ ਤੇ ਨਾ ਹੀ ਸਟੋਰੇਜ ਦੀ ਅੱਗੇ। ਦੇਖੋ, ਕਿਉਂਕਿ ਕਰੋਨਾ ਮਹਾਮਾਰੀ ਦਾ ਦੂਜਾ ਦੌਰ ਜਿਹੜਾ ਸ਼ੁਰੂ ਹੋਇਆ, ਤੋਂ ਇਸ ਕਰਕੇ ਹੈਲਥ ਪ੍ਰੋਟੋਕਾਲ ਕੀ ਕਹਿ ਰਿਹਾ ਉਹਨੂੰ ਵੀ ਫੋਲੋ ਕਰਨ ਦੀ ਲੋੜ ਹੈ। ਠੀਕ ਹੈ, ਕਿਸਾਨ ਭਰਾ ਜਿਹੜੇ ਨੇ ਪਿਛਲੇ 4 ਸਾਲਾਂ ਤੋਂ ਆਪਣੀ ਫਸਲ ਮੰਡੀਆਂ 'ਚ ਲੈ ਕੇ ਆ ਰਹੇ ਨੇ। ਜਦੋਂ ਤੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਬਣੀ ਹੈ ਤਾਂ ਕੋਈ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਆ ਪਿਛਲੇ 4 ਸਾਲਾਂ 'ਚ ਨਹੀਂ ਦੇਖਣ ਨੂੰ ਮਿਲੀ। ਔਰ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਬਹੁਤ ਹੀ ਹੈਸਲ ਫਰੀ, ਬਹੁਤ ਹੀ ਮਤਲਬ ਹਡਲ ਫਰੀ ਜਿਹੜੀ ਆ ਉਹ ਪ੍ਰੋਕਿਉਰ ਕੀਤੀ ਆ ਸਰਕਾਰ ਨੇ ਆਪਣਾ ਫਸਲ। ਤੋਂ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਈ ਵੀ ਦਿੱਕਤ ਜਿਹੜੀ ਆ ਨਾ ਤਾਂ ਕਿਸਾਨਾਂ ਨੂੰ ਆਉਣ ਦਿਆਂਗੇ, ਨਾ ਮਜ਼ਦੂਰ ਨੂੰ ਆਉਣ ਦਿਆਂਗੇ, ਨਾ ਸਾਡੇ ਆੜ੍ਹਤੀ ਭਰਾਵਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਜਿਹੜੀ ਦਿੱਕਤ ਆ। ਉਹ ਸਾਡੇ ਫੂਡ ਮਹਿਕਮੇ ਦੇ ਜਿਹੜੇ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਜੀ, ਉਹ ਅੱਜ ਖੰਨਾ 'ਚ ਵੀ ਆਏ ਹੋਏ ਨੇ ਔਰ ਹਰ ਸਮੇਂ ਹੀ ਉਹਨਾਂ ਦੀ ਦਇਆ ਦ੍ਰਿਸ਼ਟੀ ਜਿਹੜੀ ਹੈ ਉਹ ਲੁਧਿਆਣੇ ਜ਼ਿਲ੍ਹੇ ਤੇ ਔਰ ਪੂਰੇ ਪੰਜਾਬ ਤੇ ਉਹਨਾਂ ਦੀ ਬਣੀ ਹੋਈ ਆ। ਔਰ ਹਮੇਸ਼ਾ ਹੀ ਜੋ ਵੀ ਕੋਈ ਮੰਗ ਉੱਠੀ ਹੈ ਤਾਂ ਸਾਡੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਉਸ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ।
ਰਾਏਕੋਟ ਦੀ ਦਾਣਾ ਮੰਡੀ ਦੇ ਵਿੱਚ ਪਿੰਡਾਂ ਵਿਚਾਲੇ ਖਰੀਦ ਕੇਂਦਰਾਂ ਦੇ ਵਿੱਚ ਸੋਮਵਾਰ ਨੂੰ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋ ਗਿਆ। ਇਸ ਮੌਕੇ ਖਰੀਦ ਦਾ ਕੰਮ ਸ਼ਾਂਤਮਈ ਅਤੇ ਵਧੀਆ ਢੰਗ ਦੇ ਨਾਲ ਨੇਪਰੇ ਚਾੜਨ ਦੇ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ। ਉਪਰੰਤ ਰਾਏਕੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਪਾਲ ਸਿੰਘ ਸੰਧੂ ਤੇ ਵਾਈਸ ਚੇਅਰਮੈਨ ਸੁਦਰਸ਼ਨ ਕੁਮਾਰ ਜੋਸ਼ੀ ਨੇ ਮਾਰਕੀਟ ਕਮੇਟੀ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਫਸਲ ਦਾ ਸਰਕਾਰੀ ਰੇਟ ਤੇ ਭਾਅ ਲਗਵਾਇਆ। ਇਸ ਤੋਂ ਇਲਾਵਾ ਉਹਨਾਂ ਵੱਖ-ਵੱਖ ਪਿੰਡਾਂ ਦੇ ਖਰੀਦ ਕੇਂਦਰਾਂ ਦੇ ਵਿੱਚ ਵੀ ਭਾਅ ਲਗਾ ਕੇ ਖਰੀਦ ਸ਼ੁਰੂ ਕਰਵਾਈ। ਪੰਜਾਬ ਸਰਕਾਰ ਵੱਲੋਂ ਜਿਹੜੀ ਖਰੀਦ ਵੱਖ-ਵੱਖ ਏਜੰਸੀਆਂ ਰਾਹੀਂ ਜਿਹੜੀ ਖਰੀਦ ਸ਼ੁਰੂ ਕੀਤੀ ਗਈ ਆ, ਜਿਹਦੇ ਵਿੱਚ ਅੱਜ ਰਾਏਕੋਟ ਮੇਨ ਮੰਡੀ ਦੇ ਵਿੱਚ ਅਤੇ ਹੋਰ ਜਿਹੜੀਆਂ ਸਾਡੀਆਂ ਬ੍ਰਾਂਚਾਂ ਨੇਗੀਆਂ ਜਿਵੇਂ ਨੱਥੋਵਾਲ, ਕਾਲਸਾ, ਦੱਦਾਹੂਰ, ਜੌਲਾ ਤੇ ਤਰਵੰਡੀ ਰਾਏ, ਇਹਨਾਂ ਸਾਰੀਆਂ ਜਿਹੜੀਆਂ ਹੈਗੀਆਂ ਅੱਜ ਜਿਹੜੀ ਖਰੀਦ ਆ ਸ਼ੁਰੂ ਹੋ ਰਹੀ ਆ। ਜਿਹੜੀਆਂ ਕੁਝ ਕੱਲ੍ਹ ਜਿਹੜੀਆਂ ਮੰਡੀਆਂ ਦੇ ਵਿੱਚ ਖਰੀਦ ਆ ਜਿਹੜੀ ਸ਼ੁਰੂ ਕੀਤੀ ਜਾਊਗੀ। ਹਰ ਇੱਕ ਕਿਸਾਨ ਦਾ ਜਿਹੜਾ ਦਾਣਾ ਚੱਕਿਆ ਜਾਊਗਾ, ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊ। ਮੰਡੀਆਂ ਦੇ ਵਿੱਚ ਜੋ ਵੀ ਬੇਸ਼ੱਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ ਜਿਹੜਾ ਪ੍ਰਤੀ ਬਹੁਤ ਜਿਹੜਾ ਸਖਤ ਰੁਖ ਅਪਣਾਇਆ ਗਿਆ, ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਨੇ ਤਹਈਆ ਕੀਤਾ ਹੋਇਆ, ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਊ। ਉਹਨਾਂ ਦਾ ਹਰ ਇੱਕ ਕੱਲਾ ਦਾਣਾ ਖਰੀਦਿਆ ਜਾਊ। ਲੁਧਿਆਣਾ ਦੀ ਦਰੇਸੀ ਰੋਡ ਵਿਖੇ ਕਾਂਗਰਸੀ ਆਗੂ ਪਰਮਿੰਦਰ ਮਹਿਤਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਵਿੱਚ ਵਰਤੇ ਜਾ ਰਹੇ ਮਟੀਰੀਅਲ ਦਾ ਕਾਰਜ ਸਥਲ ਤੇ ਬੋਰਡ ਲੱਗਣਾ ਚਾਹੀਦਾ, ਜਿਸ ਦੇ ਵਿੱਚ ਮਟੀਰੀਅਲ ਦੇ ਐਸਟੀਮੇਟ ਰੇਟਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ ਤੇ ਭ੍ਰਿਸ਼ਟਾਚਾਰ ਵੀ ਖਤਮ ਹੋਵੇਗਾ। ਅੱਜ ਦਾ ਮੇਨ ਸਾਡਾ ਮਕਸਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਵਿਕਾਸ ਦੇ ਕੰਮ ਮਹਾਨਗਰ 'ਚ ਹੋ ਰਹੇ ਨੇ, ਉਹਨਾਂ ਦੇ ਐਸਟੀਮੇਟ ਵਿਕਾਸ ਦੀ ਸਾਈਡ ਦੇ ਉੱਤੇ ਬੋਰਡ ਲਗਾ ਕੇ ਪ੍ਰਕਾਸ਼ਿਤ ਕੀਤੇ ਜਾਣ, ਤਾਂ ਕਿ ਇਹ ਵਿਕਾਸ ਦੇ ਕੰਮ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ਤਾ ਨਾਲ ਹੋ ਸਕਣ, ਜੋ ਕਾਂਗਰਸ ਪਾਰਟੀ ਦਾ ਏਜੰਡਾ ਹੈ। ਅਸੀਂ 4 ਸਾਲ ਪੂਰੇ ਹੋਣ 'ਤੇ ਵੀ ਇਹ ਗੱਲ ਸਪਸ਼ਟ ਕੀਤੀ ਸੀ ਪ੍ਰਸ਼ਾਸਨ ਨੂੰ, ਪੂਰੇ ਪੰਜਾਬ ਦੇ ਵਿੱਚ ਵੀ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੇ, ਕਿ ਜਿਹੜੇ ਵੀ ਸਾਡੇ ਕੰਮ ਹੋ ਰਹੇ ਨੇ ਉਹਨਾਂ ਨੂੰ ਪਾਰਦਰਸ਼ਤਾ ਲਿਆਈ ਜਾਵੇ, ਲੋਕਾਂ ਨੂੰ ਉਹਨਾਂ ਦੀ ਨੌਲੇਜ ਹੋਣੀ ਚਾਹੀਦੀ ਹੈ। ਜੇ ਅੱਜ ਮਿੰਨੀ ਰੋਜ਼ ਗਾਰਡਨ ਦੇ ਉੱਤੇ ਬੀਜੇਪੀ ਦੇ ਲੀਡਰ ਨੇ ਕਿੰਤੂ ਪਰੰਤੂ ਚੱਕਿਆ, ਅਸੀਂ ਮੇਅਰ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹਦੇ ਬਾਹਰ ਵੀ ਜਿਹੜਾ ਪ੍ਰੋਜੈਕਟ ਹੈ ਮਿੰਨੀ ਰੋਜ਼ ਗਾਰਡਨ ਦਾ, ਉਹਨੂੰ ਵੀ ਪ੍ਰਕਾਸ਼ਿਤ ਕੀਤਾ ਜਾਵੇ, ਤਾਂ ਕਿ ਲੋਕਾਂ ਸਾਹਮਣੇ ਕਲੀਅਰ ਹੋਵੇ ਕਿ ਉੱਥੇ ਕਿਹੜਾ ਮਟੀਰੀਅਲ ਲੱਗਣਾ, ਕਿਹੜਾ ਸਮਾਨ ਲੱਗਣਾ ਤੇ ਉੱਥੇ ਕੀ ਖਰਚਾ ਆਉਣਾ, ਤਾਂ ਕਿ ਲੋਕ ਆਪਣੇ ਆਪ ਜਿਹੜੇ ਲੋਕ ਵਿਕਾਸ ਦੇ ਵਿੱਚ ਰੋੜੇ ਲਟਕਾਉਂਦੇ ਨੇ ਉਹਨਾਂ ਨੂੰ ਥੱਪੜ ਮਾਰ ਸਕਣ। ਲੁਧਿਆਣਾ ਵਿਖੇ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਬੀਤੇ 5 ਅਪ੍ਰੈਲ ਨੂੰ ਇਸਲਾਮਗੰਜ ਦੇ ਵਿੱਚ ਕੁਝ ਲੋਕ ਜਾਲੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਬਣ ਕੇ ਆਏ ਸਨ, ਜਿਸ ਦੇ ਨਾਲ ਇਸਲਾਮਗੰਜ ਦੇ ਵਿੱਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਤੋਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜੋ ਭਾਰਤੀ ਵਾਲਮੀਕੀ ਧਰਮ ਸਮਾਜ ਰਜਿਸਟਰ ਭਾਵਾਦਾਸ ਦਾ ਇੱਕ ਜਿਹੜਾ ਡੈਪੂਟੇਸ਼ਨ ਹੈ, ਉਹ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਿਆ, ਜਿਸ ਦੇ ਵਿੱਚ ਪਿਛਲੇ ਦਿਨੀ ਵੀਰ ਵਿੱਕੀ ਸੋਹਤਾ ਜੀ ਜੋ ਰਾਸ਼ਟਰੀ ਸੰਯੁਕਤ ਮੰਤਰੀ ਨੇ ਭਾਵਾਦਾਸ ਭਾਰਤ ਦੇ, ਉਹਨਾਂ ਦੇ ਨਿਵਾਸ ਸਥਾਨ 'ਤੇ ਜਿਹੜੀ ਸ਼ਰਾਬ ਦੀ ਰੇਡ ਪਾਲਟੀ ਹੈ, ਜੋ ਬਗੈਰ ਐਕਸਾਈਜ਼ ਡਿਪਾਰਟਮੈਂਟ ਅਤੇ ਪੁਲਿਸ ਤੋਂ ਤੇ ਆਪਣੇ ਆਪ ਨੂੰ ਝੂਠੇ ਜਿਹੜੇ ਉਹ ਐਕਸਾਈਜ਼ ਡਿਪਾਰਟਮੈਂਟ ਦੇ ਪੁਲਿਸ ਦੇ ਅਫਸਰ ਬਣ ਕੇ ਅੰਦਰ ਦਾਖਲ ਹੋਏ, ਤੇ ਜਦੋਂ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਵੱਲੋਂ ਰੋਕਿਆ ਗਿਆ ਤੇ ਉਹਨਾਂ ਨੇ ਉੱਥੇ ਬਦਤਮੀਜ਼ੀ ਕੀਤੀ, ਜਿਸ ਦੇ ਜਦੋਂ ਮੁਹੱਲਾ ਇਕੱਠਾ ਹੋਇਆ ਤੇ ਮੁਹੱਲੇ ਵਾਲਿਆਂ ਨੇ ਦੇਖਿਓ ਭੱਜੇ, ਤੇ ਇੱਕ ਅਮਰੀਕ ਸਿੰਘ ਲੱਭੂ ਹੈ ਉਹ ਹੱਥ ਆਇਆ, ਤੇ ਜਦੋਂ ਉਹਨੂੰ ਪੁਲਿਸ ਨੂੰ ਫੜਾਇਆ ਗਿਆ, ਪੁਲਿਸ ਨੇ ਉਹਨਾਂ ਦੇ ਕਾਰਵਾਈ ਕਰਨ ਦੀ ਬਜਾਏ ਕਿ ਉਹ ਬਗੈਰ ਆਪਣੇ ਆਪ ਨੂੰ ਝੂਠੇ ਐਕਸਾਈਜ਼ ਡਿਪਾਰਟਮੈਂਟ ਅਤੇ ਪੁਲਿਸ ਦੇ ਜਿਹੜੇ ਅਫਸਰ ਬਣ ਕੇ ਆਏ ਆ, ਕਾਰਵਾਈ ਕਰਨ ਦੀ ਬਜਾਏ ਇੰਨੇ ਮੁਹੱਲੇ ਦੇ ਸਰਿਆਮ ਉਹਨਾਂ ਨੂੰ ਫੜਾਇਆ ਗਿਆ, ਤੇ ਪਰ ਉਹਨਾਂ ਨੇ ਇਸੇ ਪਰਿਵਾਰ 'ਤੇ ਜਿਹੜਾ ਵਾ ਉਹ ਝੂਠਾ ਪਰਚਾ ਜਿਹੜਾ 323 ਦਾ ਕਰਤਾ। ਤੇ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਗੁੰਡਾ ਤੱਤਵ ਨੇ, ਜਿਹੜੇ ਲੋਕਾਂ ਦੇ ਘਰਾਂ 'ਚ ਵੜ ਕੇ ਇੱਦਾਂ ਦੀਆਂ ਤਲਾਸ਼ੀਆਂ ਲੈਂਦੇ ਨੇ, ਆਪਣੇ ਆਪ ਨੂੰ ਝੂਠੇ ਐਕਸਾਈਜ਼ ਜਾਂ ਪੁਲਿਸ ਡਿਪਾਰਟਮੈਂਟ ਦੇ ਅਫਸਰ ਦੱਸਦੇ ਨੇ, ਵੀ ਇਹਨਾਂ ਨੂੰ ਜਿਹੜੀ ਹੈ ਨੱਥ ਪਾਈ ਜਾਵੇ। ਲੁਧਿਆਣਾ ਦੀ ਮਿਸ਼ਨ ਸਮਾਈਲ ਸੰਸਥਾ ਦੇ ਵੱਲੋਂ BRS ਨਗਰ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਸੰਸਥਾ ਦੀ ਦੂਜੀ ਵਰ੍ਹੇਗੰਢ ਤੇ ਵਿਸਾਖੀ ਦਾ ਤਿਉਹਾਰ ਬੜੇ ਹੀ ਅਨੋਖੇ ਢੰਗ ਦੇ ਨਾਲ ਮਨਾਇਆ ਗਿਆ। ਇਸ ਮੌਕੇ ਉਹਨਾਂ ਦੇ ਵੱਲੋਂ ਦਿਵਿਆਂਗ ਬੱਚਿਆਂ ਨੂੰ ਮਿਠਾਈਆਂ ਵੰਡੀਆਂ ਗਈਆਂ ਤੇ ਬੱਚਿਆਂ ਦਾ ਗਾਇਕੀ ਮੁਕਾਬਲਾ ਵੀ ਕਰਵਾਇਆ ਗਿਆ। हेलो जी, मैं डॉक्टर शुचिता बत्रा गोयल हूँ। आज मिशन स्माइल का 2nd बर्थडे है। सबसे पहले कॉन्ग्रेचुलेशंस और हैप्पी बर्थडे। और इतना अच्छा अटेम्प्ट जो इस तरीके के बच्चे हैं उनके लिए करना, ये इसी मिशन स्माइल का अप्रोच हो सकता है। यहाँ पे सारे बच्चे विकलांग हैं, किसी ना किसी तरीके की डिसेबिलिटी से सफ़र कर रहे हैं। और अभी जैसे हमने अंदर जाकर के देखा, बच्चों के अंदर इतना हुनर है, उन्होंने इतनी सुंदर ड्राइंग, पेंटिंग, आर्ट वर्क बनाया हुआ है। और मैं तो
देख करके बहुत खुश हुई। मैं ये चाहती हूँ कि आप सब लोग भी आए यहाँ पर, देखें, उन्हें परचेज़ करें, उन्हें बढ़ावा दें। थैंक यू। ਸਾਡੇ ਵਿੱਚ ਮਿਸ਼ਨ ਸਮਾਈਲ ਦੇ ਜੋ ਪ੍ਰੈਜ਼ੀਡੈਂਟ ਸੋਨੀਆ ਛਾਬੜਾ ਜੀ ਤੇ ਉਹਨਾਂ ਦੇ ਮੈਂਬਰ, ਇਹ ਜੋ ਮੰਦਬੁੱਧੀ ਬੱਚੇ ਨੇ, ਜੋ ਨੇਤਰਹੀਨ ਨੇ, ਜੋ ਗੂੰਗੇ ਬੋਲੇ ਨੇ, ਉਹਨਾਂ ਦੇ ਨਾਲ ਅੱਜ ਇਹ ਵਿਸਾਖੀ ਦਾ ਇਹ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਆਏ ਨੇ। ਅਸੀਂ ਇਹਨਾਂ ਦਾ ਸਾਰੇ ਬੱਚਿਆਂ ਵੱਲੋਂ ਬਹੁਤ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਇਹੋ ਜਿਹੇ ਪਵਿੱਤਰ ਦਿਹਾੜੇ ਔਰ ਜਾਂ ਆਪਣੇ ਬੱਚਿਆਂ ਦੇ ਜਨਮ ਦਿਨ, ਆਪਣੇ ਬਜ਼ੁਰਗਾਂ ਦੀ ਯਾਦ ਇਹਨਾਂ ਬੱਚਿਆਂ ਦੇ ਨਾਲ ਮਨਾਉਣ ਵਾਸਤੇ ਆਓ, ਕਿਉਂਕਿ ਇਹ ਤਾਂ ਬਹੁਤ ਸਾਰੇ ਬੱਚੇ ਇੱਦਾਂ ਦੇ ਨੇ ਜੋ ਹਮੇਸ਼ਾ ਲਈ ਬੈੱਡ ਤੇ ਨੇ ਜਾਂ ਵੀਲ ਚੇਅਰਾਂ ਤੇ, ਇਹ ਤਾਂ ਕਿਤੇ ਜਾ ਨਹੀਂ ਸਕਦੇ, ਲੇਕਿਨ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਦੇ ਵਿੱਚ ਆ ਸਕਦੇ ਹੋ ਤੇ ਇਹਨਾਂ ਨੂੰ ਤੋਂ ਇਹਨਾਂ ਦੀਆਂ ਅਸੀਸਾਂ ਲੈ ਸਕਦੇ ਹੋ। ਸੋ ਮੇਰੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਇਹਨਾਂ ਚਾਹੋ। ਰਾਏਕੋਟ ਦੇ ਪਿੰਡ ਢਾਲੀਆ ਦੇ ਵਿੱਚ ਗੁਰਦੁਆਰਾ ਕੈਬਾ ਸਾਹਿਬ ਪਾਤਸ਼ਾਹੀ 6ਵੀਂ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਿਹਾੜੇ ਸੰਬੰਧੀ ਗੁਰਦੁਆਰਾ ਕਮੇਟੀ ਤੇ ਗ੍ਰਾਮ ਪੰਚਾਇਤ ਦੇ ਵੱਲੋਂ 3 ਰੋਜ਼ਾ ਸਾਲਾਨਾ ਜੋੜ ਮੇਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਈਆਂ ਤੇ ਅਖੀਰਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਭੋਗ ਉਪਰੰਤ ਵਿਸ਼ਾਲ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ। ਪਿੰਡ ਢਾਲੀਆਂ ਗੁਰਦੁਆਰਾ ਕੈਂਬਾ ਸਾਹਿਬ ਪਾਤਸ਼ਾਹੀ 6ਵੀਂ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ 10 ਤਰੀਕ ਨੂੰ ਨਗਰ ਕੀਰਤਨ ਸਜਾਇਆ ਗਿਆ ਨਗਰ ਦੇ ਵਿੱਚ ਅਤੇ 11 ਤਰੀਕ ਨੂੰ ਅਖੰਡ ਪਾਠ ਸਾਹਿਬਾਂ ਦੇ ਭੋਗ ਪਾ ਕੇ ਖੁੱਲ੍ਹੇ ਪੰਡਾਲ ਸਜਾਏ ਗਏ, ਜਿਸ ਵਿੱਚ ਕਮਲ ਸਿੰਘ ਜੀ ਬੱਦੋਵਾਲ ਤੇ ਕੁਲਦੀਪ ਸਿੰਘ ਜੀ ਪਾਰਸ ਅਤੇ ਹਾਕਮ ਸਿੰਘ ਜੀ ਦੀਵਾਨਾ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾ ਕੇ ਨਿਹਾਲ ਕੀਤਾ ਅਤੇ ਅੱਜ ਤੀਸਰੇ ਦਿਨ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਸ ਤੋਂ ਉਪਰੰਤ ਬਾਹਰ ਖੁੱਲ੍ਹੇ ਪੰਡਾਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹੋਏ ਅਤੇ ਉੱਥੇ ਕੀਰਤਨ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਢਾਡੀ ਜਥੇ ਪੰਡਤ ਸੋਮਦੱਤ ਜੀ ਰੋਡਿਆਂ ਵਾਲੇ ਅਤੇ ਸਾਗਰ ਫੌਜਾ ਸਿੰਘ ਜੀ ਸਾਗਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਅਤੇ ਗੁਰੂ ਕੇ ਲੰਗਰ ਚੱਲੇ। ਬਹੁਤ ਸਾਰੀਆਂ ਸੰਗਤਾਂ ਨੇ ਵੱਡੀ ਪੱਧਰ ਤੇ ਇੱਥੇ ਆ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਆਪਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਸੌ ਸਾਲਾ ਸਾਲੇਹਾਰ ਦੀ ਛੇੜਛਾੜ ਦਾ ਮਾਮਲਾ, ਕਥਿਤ ਬਜ਼ੁਰਗ ਵਿਅਕਤੀ ਨੂੰ ਜੁੱਤੀਆਂ ਦਾ ਹਾਰ ਪਾ ਕੇ ਕੱਢਿਆ ਜਲੂਸ, ਨਸ਼ੇ ਦੀ ਹਾਲਤ 'ਚ ਬਜ਼ੁਰਗ ਮਹਿਲਾ ਤੇ ਡਿੱਗਿਆ ਸੀ ਵਿਅਕਤੀ। ਪ੍ਰਵਾਸੀ ਮਜ਼ਦੂਰਾਂ ਨੂੰ ਫਿਰ ਸਤਾਉਣ ਲੱਗਾ ਕੋਰੋਨਾ ਦਾ ਡਰ, ਲੋਕਡਾਊਨ ਦੇ ਡਰ ਤੋਂ ਪਰਤ ਰਹੇ ਨੇ ਘਰ। ਲੁਧਿਆਣਾ ਰੇਲਵੇ ਸਟੇਸ਼ਨ ਤੇ ਦਿਖੀ ਮਜ਼ਦੂਰਾਂ ਦੀ ਭੀੜ। ਮੁੱਲਾਪੁਰ ਦਾਖਾ ਨੂੰ ਸਰਕਾਰ ਦਾ ਤੋਹਫਾ, 8.5 ਕਰੋੜ ਦੀ ਲਾਗਤ ਦੇ ਨਾਲ ਬਣਨ ਜਾ ਰਿਹਾ ਬੱਸ ਸਟੈਂਡ। ਉਦਘਾਟਨ ਸਮਾਰੋਹ 'ਚ ਕੋਰੋਨਾ ਹਦਾਇਤਾਂ ਦੀ ਕੀਤੀ ਗਈ ਉਲੰਘਣਾ, ਕਾਂਗਰਸੀ ਆਗੂ ਨੇ ਸਾਧੇ ਨਿਸ਼ਾਨੇ। ਰਾਏਕੋਟ ਦੇ ਪਿੰਡਾਂ 'ਚ ਵੀ ਕਣਕ ਦੀ ਆਮਦ ਸ਼ੁਰੂ, ਖਰੀਦ ਦਾ ਕੰਮ ਸ਼ਾਂਤੀ ਨਾਲ ਨੇਪਰੇ ਚਾੜਨ ਦੇ ਲਈ ਕੀਤੀ ਅਰਦਾਸ। ਖੰਨਾ ਮੰਡੀ 'ਚ ਕਣਕ ਦੀ ਖਰੀਦ ਦਾ ਰਸਮੀ ਉਦਘਾਟਨ, ਭਾਰਤ ਭੂਸ਼ਣ ਆਸ਼ੂ ਨੇ ਕੀਤੀ ਸ਼ਿਰਕਤ। ਫਿਲਹਾਲ ਲੁਧਿਆਣਾ ਖਬਰਨਾਮਾ ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।